Hello friends and masters and my dear gods, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕੱਲ ਅਸੀਂ ਜਿੱਥੇ ਆਪਣਾ ਚੈਪਟਰ ਛੋੜਿਆ ਸੀ ਉਹ ਡਿਜ਼ਾਇਰ ਦੇ ਉੱਤੇ ਸੀਗਾ ਕਿ ਸਾਡੀਆਂ ਇੱਛਾਵਾਂ ਜਿਹੜੀਆਂ ਸਾਡੇ ਅੰਦਰ ਇੱਛਾ ਉੱਠਦੀ ਹੈ, ਡਿਜ਼ਾਇਰ ਉੱਠਦੀ ਹੈ, ਉਹਨਾਂ ਦੇ ਬਾਰੇ ਅਸੀਂ ਥੋੜਾ ਜਿਹਾ ਜਾਣਨ ਦੀ ਕੋਸ਼ਿਸ਼ ਕੀਤੀ ਸੀ ਔਰ ਆਪਣੇ ਹਾਇਰ ਸੈਲਫ ਕੋਲੋਂ ਅਸੀਂ ਹੈਲਪ ਵੀ ਉਹਦੀ ਗਾਈਡੈਂਸ ਉਹਦੀ ਹੈਲਪ ਵੀ ਅਸੀਂ ਮੰਗੀ ਸੀਗੀ ਕਿ ਉਹਦੀ ਹੈਲਪ ਕਿਸ ਤਰ੍ਹਾਂ ਲੈ ਸਕੀਏ। ਇੱਛਾ ਸ਼ਕਤੀ ਇਹ ਵੀ ਸਾਡੀ ਇੱਕ એનર્ਜੀ ਹੈ, ਇੱਕ ਸਾਡੀ ਫੋਰਸ ਹੈ ਜਿਹੜੀ ਸਾਡੇ ਲਈ ਬਹੁਤ ਜ਼ਰੂਰੀ ਹੈ। ਔਰ ਜਿਸ ਤਰ੍ਹਾਂ ਕਿ ਅਸੀਂ ਕਿ ਆਪਣੇ ਹਾਇਰ ਸੈਲਫ ਇਨਵਾਈਟ ਕਰਕੇ ਅਸੀਂ ਕੀ ਕਰਨਾ ਸੀ ਕਿ ਪੇਪਰ ਦੇ ਉੱਤੇ ਜਿਸ ਤਰ੍ਹਾਂ ਅਸੀਂ ਪੇਪਰ ਲੈ ਕੇ ਅਸੀਂ ਹਰ ਇੱਛਾ ਨੂੰ ਪੇਪਰ ਦੇ ਉੱਤੇ ਲਿਖੀ ਜਾਣਾ ਸੀ। ਔਰ ਸ਼ੁਰੂਆਤ ਕਿਸ ਤਰ੍ਹਾਂ ਕਰਨੀ ਸੀ, ਆਈ ਕਲੇਮ, ਮੈਂ ਦਾਵਾ ਕਰਦੀ ਹਾਂ, ਯਾਨੀ ਮੈਨੂੰ ਭਰੋਸਾ ਹੈ ਇਸ ਚੀਜ਼ ਦਾ ਕਿ ਜਿਹੜੀ ਮੇਰੀ ਡਿਜ਼ਾਇਰ ਹੈ ਇਹ ਹਰ ਹਾਲ ਦੇ ਵਿੱਚ ਪੂਰੀ ਹੋਣ ਵਾਲੀ ਹੈ। ਕਲੇਮ ਕਰਨਾ, ਦਾਵਾ ਕਰਨਾ ਹੈ ਨਾ, ਅਸੀਂ ਕੋਰਟ ਦੇ ਵਿੱਚ ਵੀ ਲਿਖਦੇ ਨਾ ਆਈ ਕਲੇਮ, ਇਹ ਮੇਰੀ ਪ੍ਰੋਪਰਟੀ ਹੈ, ਮੈਂ ਕਲੇਮ ਕਰਦੀ ਹਾਂ। ਅਸੀਂ ਇਸ ਤਰੀਕੇ ਦੇ ਨਾਲ ਹੀ ਉੱਥੇ ਵੀ ਕਲੇਮ ਕਰਕੇ ਲਿਖਦੇ ਹਾਂ। ਤਾਂ ਸੇਮ ਉਹ ਅਥਾਰਟੀ ਦੇ ਨਾਲ ਅਸੀਂ ਆਈ ਕਲੇਮ ਕਰਕੇ ਅੱਗੇ ਜੋ ਕੁਝ ਵੀ ਹੈ ਆਪਣੇ ਡਿਜ਼ਾਇਰਸ ਲਿਖਣੀਆਂ ਨੇ। ਔਰ ਜਿਹੜੀਆਂ ਅਸੀਂ ਆਪਣੇ ਡਿਜ਼ਾਇਰ ਲਿਖਣੀ ਹੈ ਉਹ ਪ੍ਰੈਜ਼ੈਂਟ ਟੈਂਸ ਦੇ ਵਿੱਚ ਲਿਖਣੀ ਹੈ, ਕਿਉਂਕਿ ਸੱਚਾਈ ਤਾਂ ਇਹ ਹੈ ਕਿ ਨਾ ਕੋਈ ਪਾਸਟ ਹੈ ਤੇ ਨਾ ਹੀ ਕੋਈ ਫਿਊਚਰ ਹੈ। ਜੋ ਕੁਝ ਵੀ ਹੈ ਇਹ ਪ੍ਰੈਜ਼ੈਂਟ ਇੱਕੋ क्षण ਹੈ, ਜਿਹਨੂੰ ਅਸੀਂ ਕਹਿ ਵੀ ਦਿੰਦੇ ਨਾ ਹਮ ਆਦਮੀ ਹਾਂ ਇੱਕਦਮ ਦੇ ਅਸੀਂ ਆਦਮੀ, ਇੱਕ ਸਵਾਸ ਜਿਹੜਾ ਅੰਦਰ ਜਾ ਰਿਹਾ ਬਸ ਉਹੀ। ਅਗਰ ਇੱਕ ਸਵਾਸ ਅੰਦਰ ਜਾ ਰਿਹਾ ਮੁੜ ਕੇ ਵਾਪਿਸ ਨਹੀਂ ਆਇਆ ਤੇ ਕਿਹੜਾ ਪਾਸਟ ਤੇ ਕਿਹੜਾ ਫਿਊਚਰ, ਕਹਾਣੀ ਉੱਥੇ ਹੀ ਖਤਮ ਹੋ ਗਈ। तो कोई पास्ट और फ्यूचर नहीं है। परमात्मा के बारे ਅਸੀਂ ਕਦੀ ਇਹ ਨਹੀਂ ਕਹਿ ਸਕਦੇ ਕਿ परमात्मा ਸੀਗਾ ਜਾਂ परमात्मा ਹੋਏਗਾ। परमात्मा तो एट प्रेजेंट इस क्षण ਦੇ ਵਿੱਚ ਮੌਜੂਦ ਹੈ। ਇਸ ਲਈ ਜੋ ਵੀ ਅਸੀਂ ਡਿਜ਼ਾਇਰ ਲਿਖਣੀ ਹੈ ਉਹ ਪ੍ਰੈਜ਼ੈਂਟ ਟੈਂਸ ਦੇ ਵਿੱਚ ਲਿਖਣੀ ਹੈ, ਕਿਉਂਕਿ ਜਦੋਂ ਅਸੀਂ ਪਾਸਟ ਦੇ ਵਿੱਚ ਸੋਚ ਰਹੇ ਹੁੰਨੇ ਆ ਉਹ ਅਸੀਂ ਕਲਪਨਾ ਕਰ ਰਹੇ ਹੁੰਨੇ ਕਿ ਪਾਸਟ ਦੇ ਵਿੱਚ ਇਹ ਹੋਇਆ ਸੀ। ਅਸੀਂ ਉਸ ਟਾਈਮ ਤੇ ਹੁੰਦੇ ਨਹੀਂ, ਸੋਚ ਰਹੇ ਹੁੰਨੇ ਆ ਪਾਸਟ ਦੇ ਵਿੱਚ ਜਾ ਕੇ ਕਿ ਪਿਛਲੇ ਟਾਈਮ ਇਹ ਚੀਜ਼ ਹੋਈ ਸੀ। ਜਦੋਂ ਅਸੀਂ ਫਿਊਚਰ ਦੇ ਬਾਰੇ ਸੋਚਾਂਗੇ ਉਹ ਵੀ ਪਾਸਟ ਦੀ ਕਲਪਨਾ ਦੇ ਵਿੱਚ ਜਾ ਕੇ, ਪਾਸਟ ਦੇ ਵਿੱਚੋਂ ਜਾ ਕੇ ਇੱਕ ਇਮੇਜਿਨੇਸ਼ਨ ਕਰਾਂਗੇ ਕਿ ਫਿਊਚਰ ਦੇ ਵਿੱਚ ਇਹ ਹੋ ਸਕਦਾ ਕਿਉਂਕਿ ਪਿਛਲੇ ਟਾਈਮ ਮੇਰੇ ਨਾਲ ਇਹ ਹੋਇਆ ਸੀ ਔਰ ਹੁਣ ਚਾਂਸਸ ਨੇ ਕਿ ਫਿਊਚਰ ਦੇ ਵਿੱਚ ਵੀ ਮੇਰੇ ਨਾਲ ਇਹ ਸਭ ਕੁਝ ਹੋਣ ਦੇ ਚਾਂਸਸ ਹੈ। ਥੋੜੀ ਬਹੁਤ ਚੇਂਜਸ ਹੋ ਸਕਦੇ ਨੇ ਫਿਊਚਰ ਦੇ ਵਿੱਚ, ਅਦਰਵਾਈਜ਼ ਐਜ਼ ਇਟ ਇਜ਼ ਮੈਂ ਕਲਪਨਾ ਕਰਦੀ ਹਾਂ ਕਿ ਮੇਰਾ ਹੁਣ ਫਿਊਚਰ ਇਸ ਤਰੀਕੇ ਦਾ ਹੋਏਗਾ, ਲੇਕਿਨ ਨਿਕਲ ਕੇ ਕਿੱਥੋਂ ਆਏਗਾ, ਪਾਸ ਦੇ ਵਿੱਚੋਂ ਹੀ। ਔਰ ਇਹ ਮਾਇਆ ਦਾ ਸਭ ਤੋਂ ਵੱਡਾ ਜਾਲ ਹੈ ਜਿਹਦੇ ਵਿੱਚ ਅਸੀਂ ਫਸੇ ਹੋਏ ਹਾਂ, ਪਾਸਟ ਔਰ ਫਿਊਚਰ ਇਸ ਦੇ ਵਿੱਚ। ਜਦਕਿ ਅਸੀਂ ਹਮੇਸ਼ਾ ਕਲਪਨਾ ਦੇ ਵਿੱਚ ਹੀ ਰਹਿੰਦੇ ਹਾਂ। ਜਦੋਂ ਅਸੀਂ ਆਪਣੀ ਕਲਪਨਾ ਦੇ ਵਿੱਚ ਰਹਿੰਦੇ ਜਾਂ ਅਸੀਂ ਪਾਸਟ ਦੇ ਵਿੱਚ ਰਹਿੰਦੇ ਜਾਂ ਅਸੀਂ ਫਿਊਚਰ ਦੇ ਵਿੱਚ ਰਹਿੰਦੇ ਹਾਂ ਤਾਂ ਜਿਹੜਾ ਮੇਰਾ ਪ੍ਰੈਜ਼ੈਂਟ ਟੈਂਸ ਹੈ, ਪ੍ਰੈਜ਼ੈਂਟ ਹੈ, ਵਰਤਮਾਨ क्षण ਹੈ, ਇਹ ਗਾਇਬ ਹੋ ਜਾਂਦਾ ਹੈ। ਕਿਉਂਕਿ ਇਹੀ ਇੱਕ क्षण ਹੈ ਜਿਹੜਾ ਮੇਰੇ ਕੋਲ ਹੈ। ਅਗਰ ਅਸੀਂ ਪੈਂਡੂਲਮ ਵਾਲੀ ਘੜੀ ਦੇਖੀਏ ਤੇ ਪੈਂਡੂਲਮ ਜੋ ਹੈ ਕਦੀ ਇੱਧਰ ਔਰ ਕਦੀ ਇੱਧਰ ਘੁੰਮਦਾ ਰਹਿੰਦਾ ਹੈ, ਇੱਧਰ ਔਰ ਇੱਧਰ। ਇਸ ਤਰ੍ਹਾਂ ਹੀ ਸਾਡਾ ਮਨ ਪਾਸਟ ਔਰ ਫਿਊਚਰ ਦੇ ਵਿੱਚ ਘੁੰਮਦਾ ਰਹਿੰਦਾ ਹੈ। ਸੈਂਟਰ ਦੇ ਵਿੱਚ ਜਦੋਂ ਆਉਂਦਾ ਤੇ ਬਸ ਇੱਕ ਸੈਕਿੰਡ ਹੀ ਹੁੰਦਾ, ਬਸ ਇੱਕ ਸੈਕਿੰਡ ਖੜੇ ਹੋ ਕੇ ਤੁਸੀਂ ਦੇਖੋਗੇ ਬੜਾ ਇਹਤਿਆਤ ਨਾਲ ਸਾਨੂੰ ਦੇਖਣੀ ਪੈਂਦੀ ਹੈ ਉਹ ਚੀਜ਼, ਕਿਉਂਕਿ ਤੁਰੰਤ ਆ ਕੇ ਉਹ ਤੁਰੰਤ ਵਾਪਿਸ ਚਲਾ ਜਾਂਦਾ ਹੈ, ਰੁਕਦਾ ਨਹੀਂ ਹੈ ਉੱਥੇ। ਔਰ ਸਾਨੂੰ ਇਹ ਰੋਕਣ ਦੀ ਕਲਾ ਸਿੱਖਣੀ ਹੈ, ਪ੍ਰੈਜ਼ੈਂਟ ਦੇ ਵਿੱਚ ਰਹਿਣ ਦੀ ਕਲਾ ਸਿੱਖਣੀ ਹੈ, ਕਿਉਂਕਿ ਪਰਮਾਤਮਾ ਵਰਤਮਾਨ ਦੇ ਵਿੱਚ ਹੈ, ਇਹ ਅਸੀਂ ਸਮਝਣਾ ਹੈ। ਇਸ ਤੋਂ ਇਲਾਵਾ ਅਸੀਂ ਜਿਹੜੀ ਕੁਝ ਕਲੇਮ ਕਰਨੀਆਂ, ਜਿਹੜੀਆਂ ਸਾਡੀਆਂ ਡਿਜ਼ਾਇਰਸ ਨੇ, ਕੁਝ ਖਾਸ ਸਾਡੀਆਂ ਇੱਛਾਵਾਂ ਹੋ ਸਕਦੀਆਂ ਨੇ ਜਿਹੜੀਆਂ ਕਿ ਬੇਸਿਕਲੀ ਜਿਹੜੀ ਸਾਡੀ ਬੇਸਿਕ ਨੀਡਸ ਨੇ ਇਹਨਾਂ ਦੇ ਨਾਲ ਰਿਲੇਟਡ ਵੀ ਹੋ ਸਕਦੀਆਂ ਨੇ। ਇਹ ਜਿਹੜੀਆਂ ਡਿਜ਼ਾਇਰ ਨੇ ਇਹ ਉਹ ਡਿਜ਼ਾਇਰਸ ਨੇ ਤਦੋਂ ਹੀ ਉਹ ਪੂਰੀਆਂ ਹੋਣਗੀਆਂ ਜਦੋਂ ਮੇਰੀ ਡਿਜ਼ਾਇਰ ਕਿਸੇ ਦੂਸਰੇ ਦੀ ਇੱਛਾ ਦੇ ਵਿੱਚ ਕੌਨਫਲਿਕਟ ਨਹੀਂ ਪਾਏਗੀ, ਉਹਦੀ ਫ੍ਰੀ ਵਿਲ ਨੂੰ ਇੰਟਰਪਟ ਨਹੀਂ ਕਰੇਗੀ ਜਾ ਕੇ, ਕਿਉਂਕਿ ਫ੍ਰੀ ਵਿਲ ਉਸ ਬੰਦੇ ਦੇ ਕੋਲ ਵੀ ਹੈ ਜਿਹੜੀ ਚੀਜ਼ ਦੂਸਰੇ ਦੀ ਹੈ। ਅਗਰ ਮੈਂ ਕਿਸੇ ਦੂਸਰੇ ਦੀ ਚੀਜ਼ ਨੂੰ ਇਹ ਚਾਹਾਂਗੀ ਕਿ ਉਹਦੀ ਇਹ ਚੀਜ਼ ਮੈਨੂੰ ਮਿਲ ਜਾਏ ਤੇ ਉਹ ਮੇਰੀ ਇੱਛਾ ਕਦੀ ਫੁਲਫਿਲ ਨਹੀਂ ਹੋ ਸਕਦੀ, ਕਿਉਂਕਿ ਮੈਂ ਦੂਸਰੇ ਦੀ ਫ੍ਰੀ ਵਿਲ ਨੂੰ ਇੰਟਰਫੇਅਰ ਕਰ ਰਹੀ ਹਾਂ। ਅਸੀਂ ਅਨਕੰਡੀਸ਼ਨਲ ਲਵ ਦੀ ਬਾਬਾ ਜੀ ਦੇ ਕੋਲੋਂ ਅਰਦਾਸ ਕਰ ਸਕਦੇ ਕਿ ਸਾਨੂੰ ਅਨਕੰਡੀਸ਼ਨਲ ਜਿਹੜਾ ਪਿਆਰ ਹੈ ਉਹ ਸਾਨੂੰ ਮਿਲ ਜਾਏ।
ਅਦਰਵਾਈਜ਼ ਜਿਹੜੀ ਹੈ ਸਾਡੀ ਡਿਮਾਂਡ ਹੈ ਕਿ ਜਿਹੜੀਆਂ ਮੇਰੇ ਡੇਲੀ ਇੱਛਾਵਾਂ ਨੇ, ਬੇਸਿਕ ਨੀਡਸ ਨੇ, ਇਹਨਾਂ ਦੇ ਲਈ ਇਹ ਗੱਲ ਕੀਤੀ ਜਾ ਰਹੀ ਹੈ। ਕਿਉਂਕਿ ਅਸੀਂ ਅਗਰ ਮੈਂ ਇਹ ਚਾਹੁੰਦੀ ਹਾਂ ਕਿ ਕੋਈ ਮੇਰਾ ਫੈਮਿਲੀ ਮੈਂਬਰ ਮੇਰੇ ਨਾਲ ਹੀ ਰਹੇ, ਹੈ ਨਾ, ਜਾਂ ਮੈਂ ਯਸ ਕੋਈ ਬੰਦਾ ਮੇਰੇ ਨਾਲ ਹੀ ਰਹੇ, ਮੈਂ ਇਹ ਚਾਹੁੰਦੀ ਕਿ ਮੇਰਾ ਫੈਮਿਲੀ ਮੈਂਬਰ ਮੈਨੂੰ ਛੋੜ ਕੇ ਨਹੀਂ ਜਾਏ, ਲੇਕਿਨ ਇਹ ਮੇਰੀ ਡਿਜ਼ਾਇਰ ਹੈ, ਇਹ ਮੇਰੀ ਇੱਛਾ ਹੈ, ਲੇਕਿਨ ਮੇਰੀ ਇਹ ਇੱਛਾ ਇਹਦੇ ਤੇ ਡਿਪੈਂਡ ਕਰਦੀ ਹੈ ਕਿ ਉਹ ਬੰਦਾ ਮੇਰੇ ਕੋਲ ਰਹਿਣਾ ਚਾਹ ਰਿਹਾ ਹੈ ਕਿ ਨਹੀਂ ਚਾਹ ਰਿਹਾ, ਉਹਦੀ ਫ੍ਰੀ ਵਿਲ ਕੀ ਹੈ। ਕਿਉਂਕਿ ਸਾਹਮਣੇ ਵਾਲੇ ਬੰਦੇ ਦੀ ਵੀ ਫ੍ਰੀ ਵਿਲ ਹੈ, ਇਸ ਕਰਕੇ ਮੈਂ ਕਿਸੇ ਦੀ ਫ੍ਰੀ ਵਿਲ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ। ਇੱਕ ਚੀਜ਼ ਨੂੰ ਮੈਂ ਚਾਹੁੰਦੀ ਹਾਂ, ਕੋਈ ਦੂਸਰਾ ਇਨਸਾਨ ਵੀ ਉਸ ਚੀਜ਼ ਨੂੰ ਚਾਹ ਰਿਹਾ ਹੋ ਸਕਦਾ ਹੈ। ਤੇ ਹੁਣ ਇੱਕ ਅਨਾਰ 100 ਬਿਮਾਰ, ਜਿਸ ਤਰ੍ਹਾਂ ਸਾਨੂੰ ਇੱਕ ਟਾਈਮ ਇੱਕ ਐਗਜ਼ਾਮਪਲ ਦਿੱਤਾ ਗਿਆ ਸੀ ਕਿ ਮੰਨ ਲਓ ਇੱਕ ਉਹਦੇ ਵਿੱਚ ਇੱਕ ਸੋਸਾਇਟੀ ਦੇ ਵਿੱਚ ਇੱਕ ਲੜਕੀ ਰਹਿ ਰਹੀ ਹੈ, ਉਹਨੂੰ ਦੋ ਲੜਕੇ ਚਾਹ ਰਹੇ ਨੇ, ਦੋਨੋਂ ਹੀ ਚਾਹ ਰਹੇ ਨੇ ਕਿ ਮੇਰੀ ਇਹਦੇ ਨਾਲ ਸ਼ਾਦੀ ਹੋ ਜਾਏ, ਲੇਕਿਨ ਹੁਣ ਐਗਜ਼ੈਕਟਲੀ ਉਸ ਲੜਕੀ ਦੀ ਸ਼ਾਦੀ ਕਿਹਦੇ ਨਾਲ ਹੋਏਗੀ? ਜਿਹਦੇ ਨਾਲ ਉਹ ਲੜਕੀ ਚਾਹੇਗੀ। ਉਹਨਾਂ ਦੋਨਾਂ ਲੜਕਿਆਂ ਦੇ ਵਿੱਚੋਂ ਕਿਸ ਦੀ ਇੱਛਾ ਪੂਰੀ ਹੋਏਗੀ? ਜਿਹਦੇ ਨਾਲ ਉਹ ਲੜਕੀ ਚਾਹੇਗੀ, ਕਿਉਂਕਿ ਉਹਦੇ ਕੋਲ ਵੀ ਦਿਲ ਔਰ ਦਿਮਾਗ ਹੈ, ਉਹ ਜਾਨਵਰ ਨਹੀਂ ਹੈ, ਉਹ ਖੁਦ ਸੋਚ ਸਕਦੀ ਹੈ, ਖੁਦ ਉਸਦੀ ਫ੍ਰੀ ਵਿਲ ਵੀ ਕਾਊਂਟ ਕਰਦੀ ਹੈ। ਤਾਂ ਸਾਡੀ ਜਿਹੜੀ ਫ੍ਰੀ ਵਿਲ ਹੈ, ਸਾਡੀ ਜਿਹੜੀ ਇੱਛਾ ਹੈ, ਹਰ ਬੰਦੇ ਦੀ ਇੱਛਾ ਕਾਊਂਟ ਕਰਦੀ ਹੈ। ਤਾਂ ਮੇਰੀ ਇੱਛਾ ਰੱਖਣ ਦੇ ਨਾਲ ਨਾਲ ਅਗਰ ਮੈਂ ਸਾਹਮਣੇ ਵਾਲੇ ਦੀ ਇੱਛਾ ਦਾ ਵੀ ਮਾਨ ਕਰਾਂਗੀ, ਤਾਂ ਮੇਰੇ ਲਈ ਇਹ ਡਿਜ਼ਾਇਰ ਜਿਹੜੀ ਕਰਨੀਆਂ ਨੇ ਇਹ ਈਜ਼ੀ ਹੋ ਜਾਣਗੀਆਂ। ਹਾਂ, ਇਹ ਜ਼ਰੂਰ ਹੈ ਜਿਸ ਤਰ੍ਹਾਂ ਕਿ ਅਸੀਂ ਮੈਂ ਇਹ ਚਾਹੁੰਦੀ ਹਾਂ ਕਿ ਇੱਕ ਚੀਜ਼ ਜੋ ਪਰਮਾਤਮਾ ਦੀ ਕੁਆਲਿਟੀਜ਼ ਨੇ, ਜਿਸ ਤਰ੍ਹਾਂ ਅਬੰਡੈਂਸ ਹੈ, ਹੈਲਥ ਹੈ, ਲਵ ਹੈ, ਇਹ ਜਿਹੜੀ ਸੰਤੋਖ ਹੈ, ਜਿਤਨੇ ਵੀ ਗੁਣ ਨੇ, ਇਹ ਸਾਰੇ ਮੈਂ ਆਪਣੇ ਲਈ ਚਾਹੁੰਦੀ ਹਾਂ। ਨਾਲ ਹੀ ਨਾਲ ਮੈਂ ਚਾਹੁੰਦੀ ਬਾਬਾ ਜੀ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਦੀ ਅਰਦਾਸ ਐਸੇ ਤਰੀਕੇ ਨਾਲ ਤਾਂ ਹੋਈ ਹੋਏਗੀ ਨਾ, ਕਿਉਂਕਿ ਅਸੀਂ ਆਪਣੇ ਨਾਲ ਹੀ ਨਾਲ ਦੂਸਰਿਆਂ ਦੇ ਲਈ ਵੀ ਇੱਛਾ ਰੱਖਦੇ ਕਿ ਬਾਬਾ ਜੀ ਮੈਨੂੰ ਤਾਂ ਤੂੰ ਦੇ ਹੀ ਦੇ, ਨਾਲ ਸਾਰਿਆਂ ਨੂੰ ਵੀ ਦੇ, ਇਹ ਚੀਜ਼ ਸਾਰਿਆਂ ਨੂੰ ਦੇ। ਔਰ ਕਿਹੜੀਆਂ ਚੀਜ਼ਾਂ ਦੀ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰ ਸਕਦੇ ਹਾਂ? ਜਿਹੜੀਆਂ ਪਰਮਾਤਮਾ ਦੀਆਂ ਕੁਆਲਿਟੀਜ਼ ਨੇ। ਕਿਉਂਕਿ ਅਗਰ ਇੱਕ ਜੌਬ ਹੈ, ਉਹ ਇੱਕ ਜੌਬ ਮੈਂ ਸਾਰਿਆਂ ਲਈ ਅਰਦਾਸ ਨਹੀਂ ਕਰ ਸਕਦੀ ਕਿ ਇਹੀ ਇੱਕੋ ਸਿੰਗਲ ਜੌਬ ਸਭ ਨੂੰ ਮਿਲੇ, ਇਹ ਪੋਸੀਬਲ ਨਹੀਂ ਹੈ। ਕਿਉਂਕਿ ਇਹਦੇ ਵਿੱਚ ਹਰ ਬੰਦੇ ਦੀ ਫ੍ਰੀ ਵਿਲ ਕੰਮ ਕਰਦੀ। ਜਿਹੜਾ ਬੰਦਾ ਜੌਬ ਮੰਗ ਰਿਹਾ ਉਹਦੀ ਵੀ, ਜਿਸ ਬੰਦੇ ਨੇ ਜੌਬ ਦੇਣੀ ਹੈ ਉਹਦੀ ਵੀ, ਉਹਦੇ ਨਾਲ ਹੋਰ ਵੀ ਕਈ ਚੀਜ਼ਾਂ ਨੇ। ਤਾਂ ਕਈ ਬੰਦਿਆਂ ਦੀ ਫ੍ਰੀ ਵਿਲ ਕਾਊਂਟ ਕਰਕੇ ਅਸੀਂ ਆਪਣੇ ਡਿਜ਼ਾਇਰ ਦੀ ਜਿਹੜੀ, ਇਹ ਮੇਰੀ ਡਿਜ਼ਾਇਰ ਨੂੰ ਅਸੀਂ ਡੇਲੀ ਜਿਹੜੀਆਂ ਨੀਡਸ ਨੇ, ਬੇਸਿਕ ਨੀਡਸ ਨੇ, ਜਾਂ ਅਸੀਂ ਕਹਿ ਲਈਏ ਕਿ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਅਗਰ ਮੈਂ ਜੋ ਕੁਝ ਵੀ ਚਾਹ ਰਹੀ ਹਾਂ, ਉਹਦੇ ਵਿੱਚ ਇਸ ਰਿਐਲਿਟੀ ਦਾ ਮੌਜੂਦ ਹੋਣਾ ਜ਼ਰੂਰੀ ਹੈ। ਦੂਸਰਾ ਕਿ ਜਿਹੜੀ ਅਸੀਂ ਕਲੇਮ ਕਰ ਰਹੇ ਹਾਂ ਆਪਣੀ ਡਿਜ਼ਾਇਰ ਨੂੰ, ਆਪਣੀ ਇੱਛਾ ਨੂੰ, ਉਹ ਜਿਹੜੀ ਇੱਛਾ ਹੈ ਉਹ ਰਿਐਲਿਟੀ ਦੇ ਵਿੱਚ ਸਾਨੂੰ ਲੱਗਣਾ ਚਾਹੀਦਾ ਕਿ ਇਹ ਪੂਰੀ ਹੋ ਜਾਏਗੀ। ਕੌਨਸ਼ੀਅਸ ਮਾਈਂਡ ਔਰ ਸਬ ਕੌਨਸ਼ੀਅਸ ਮਾਈਂਡ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਕਿ ਬਹੁਤ ਛੋਟੀ ਜਿੰਨੀ ਦੀਵਾਰ ਹੈ, ਜ਼ਿਆਦਾ ਵੱਡੀ ਦੀਵਾਰ ਨਹੀਂ ਹੈ, ਉਹਦੇ ਅੰਦਰ ਇੱਕ ਛੋਟੀ ਜਿਹੀ ਦੀਵਾਰ ਹੈ। ਸਾਨੂੰ ਉਸ ਛੋਟੀ ਜਿਹੀ ਵਾਈਟ ਲਾਈਨ, ਜਿਹਨੂੰ ਅਸੀਂ ਵਾਈਟ ਲਾਈਨ ਕਹਿੰਦੇ ਆ, ਉਹਨੂੰ ਪਕੜ ਲੈਣਾ ਚਾਹੀਦਾ। ਇਸ ਤੋਂ ਪਹਿਲੇ ਕਿ ਮੈਂ ਅਸੀਂ ਉਸ ਵਾਈਟ ਲਾਈਨ ਨੂੰ ਅਸੀਂ ਪਕੜ ਲਈਏ, ਔਰ ਜਦ ਅਸੀਂ ਉਸੇ ਚੀਜ਼ ਦੀ ਡਿਮਾਂਡ ਕਰੀਏ ਜਿਸ ਨੂੰ ਮੇਰਾ ਮਨ, ਮੇਰੀ ਆਤਮਾ ਕਬੂਲ ਕਰਨ ਲਈ ਤਿਆਰ ਹੈ। ਕਬੂਲ ਇਨ ਦੀ ਸੈਂਸ ਕਿ ਅਗਰ ਇੱਕ ਬੈਗਰ ਹੈ, ਇੱਕ ਭਿਖਾਰੀ ਹੈ, और रोज वो कुछ पैसे मांग रहा है और मांग के अपनी डेली नीड्स पूरियां कर रहा है, अचानक वो अगर डिमांड करना शुरू कर दे कि मैनू आज लाख रुपया मिल जाए, तो उसका सबकॉन्शियस माइंड कभी भी इस चीज को कबूल नहीं करेगा, वो कभी नहीं मनेगा इस चीज को। वो कहेगा हो ही नहीं सकता, 1 लाख रुपया मैनू कितों, भिखारी नू कित्थों आ जाएगा। तो असी डिमांड जिहड़ी रखनी है, वो डिमांड ਇਹੋ ਜਿਹੀ ਹੋਣੀ ਚਾਹੀਦੀ ਕਿ ਜਿਹਦੇ ਚ ਮੇਰਾ ਕੌਨਸ਼ੀਅਸ ਮਾਈਂਡ, ਜਿਹੜਾ ਮੇਰਾ ਜਾਗਰਿਤ ਮਨ ਹੈ, ਉਹ ਉਹਨੂੰ ਕਬੂਲ ਕਰ ਪਾਏ। ਕਿਉਂਕਿ ਅਗਰ ਮੈਂ ਸਬ ਕੌਨਸ਼ੀਅਸ ਮਾਈਂਡ ਦੇ ਵਿੱਚੋਂ, ਮੈਨੂੰ ਇੰਨਾ ਪਤਾ ਸਬ ਕੌਨਸ਼ੀਅਸ ਮਾਈਂਡ 'ਚ ਕਿ ਪਰਮਾਤਮਾ ਨੇ ਹਰ ਚੀਜ਼, ਇਸ ਦੁਨੀਆ ਦੀ ਹਰ ਚੀਜ਼ ਜੋ ਕੁਝ ਵੀ ਹੈ ਉਹ ਮੇਰੇ ਲਈ ਬਣਾਈ ਹੈ, ਇਹ ਮੈਨੂੰ ਪਤਾ, ਇਸ ਚੀਜ਼ ਦਾ ਮੈਨੂੰ ਦਾਵਾ ਹੈ। ਲੇਕਿਨ ਮੇਰਾ ਕੌਨਸ਼ੀਅਸ ਮਾਈਂਡ ਹਾਲੇ ਇਸ ਚੀਜ਼ ਨੂੰ ਮੰਨਣ ਲਈ ਤਿਆਰ ਨਹੀਂ ਹੈ, ਕਿਉਂਕਿ ਉਹਨੂੰ ਹਾਲੇ ਇੰਨੇ ਚੀਜ਼ ਦੇ ਉਹਨੂੰ ਪ੍ਰੂਫ ਨਹੀਂ ਮਿਲੇ, ਉਹ ਇਸ ਚੀਜ਼ ਨੂੰ ਮੰਨੇਗਾ ਨਹੀਂ। ਅਗਰ ਮੇਰਾ ਸਬ ਕੌਨਸ਼ੀਅਸ ਮਾਈਂਡ ਦੇ ਵਿੱਚ ਆ ਗਏ ਕਿ ਮੈਂ ਬਾਬਾ ਜੀ ਦੀ ਬੱਚਾ ਵਾਂ, ਔਰ ਜੋ ਵੀ ਬਾਬਾ ਜੀ ਮੈਨੂੰ ਚੀਜ਼ ਦੇਣਾ ਚਾਹ ਰਹੇ ਨੇ, ਜੋ ਕੁਝ ਵੀ ਮੰਗਾਂਗੇ, ਮੈਨੂੰ ਹਰ ਚੀਜ਼, ਕਿਉਂਕਿ ਅਸੀਂ ਇਸ ਤੋਂ ਕੱਲ ਹੀ ਅਸੀਂ ਸਮਝ ਕੇ ਗਏ ਹਾਂ ਕਿ ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਬਣਿਆ ਹੋਇਆ ਹੈ, ਜੋ ਕੁਝ ਵੀ, ਉਹ ਸਭ ਮੇਰੇ ਯੂਜ਼ ਕਰਨ ਲਈ ਹੈ, ਸਭ ਮੇਰੇ ਇੰਜੋਏ ਕਰਨ ਲਈ ਹੈ। ਲੇਕਿਨ ਬਸ਼ਰਤੇ
मैं ਉਹਦੇ ਤੇ ਠੱਪਾ ਨਹੀਂ ਲਗਾਵਾਂ ਕਿ मैं और मेरे ਤਾਂ ਠੱਪਾ ਨਹੀਂ ਲਗਾਵਾਂ, मैं ਉਹਨੂੰ इस्तेमाल ਕਰਾਂ और इस्तेमाल करके ਉਹਨੂੰ छोड़ ਦਿਆਂ। ਕਿਉਂਕਿ ਮੈਨੂੰ ਇਸ ਚੀਜ਼ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ। ਕੁਝ ਪਸ਼ੂ ਪਕਸ਼ੀ ਹੁੰਦੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਵਿਸ਼ਵਾਸ ਹੁੰਦਾ ਕਿ ਅੱਜ ਅਸੀਂ ਜਿਤਨੇ ਦਾਣੇ ਖਾਦੇ ਆ ਉੱਥੇ ਹੀ ਪਏ ਰਹਿ ਜਾਣਗੇ, ਕੱਲ ਦੁਬਾਰਾ ਆ ਕੇ ਚੁਗਣਗੇ। ਉਹ ਇਹ ਨਹੀਂ ਕਰਨਗੇ ਕਿ ਅਸੀਂ ਸਾਂਭ ਲਈਏ ਕੱਲ ਵਾਸਤੇ, ਉਹ ਨਹੀਂ ਸੰਭਾਲਦੇ। ਜਿਤਨਾ ਉਹਨਾਂ ਨੂੰ ਖਾਣਾ ਉਤਨਾ ਖਾਇਆ, ਉਸ ਤੋਂ ਬਾਅਦ ਉਹ ਚੁੱਪ ਕਰਕੇ ਉੱਡ ਕੇ ਚਲੇ ਜਾਂਦੇ ਨੇ। ਇਕੱਠੇ ਨਹੀਂ ਕਰਦੇ, ਚਿੜੀਆਂ ਤੋਤੇ ਇਕੱਠੇ ਨਹੀਂ ਕਰਦੇ, ਉਸ ਤਰ੍ਹਾਂ ਹੀ ਰਹਿੰਦੇ ਨੇ। ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ। ਔਰ ਸੇਮ ਇਹ ਵਿਸ਼ਵਾਸ ਸਾਨੂੰ ਵੀ ਦਿਖਾਣਾ ਹੁੰਦਾ ਉਸ ਟਾਈਮ ਦੇ ਉੱਤੇ ਕਿ ਜੋ ਮੇਰੀ ਜਿਸ ਚੀਜ਼ ਦੀ ਜ਼ਰੂਰਤ ਹੈ ਸਭ, ਅਗਰ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਅਗਰ ਮੈਨੂੰ ਇਸ ਚੀਜ਼ ਦੀ ਰਿਐਲਿਟੀ ਹੈ ਪੱਕੀ, ਤਾਂ ਮੈਂ ਭਰਨ ਦੀ ਕੋਸ਼ਿਸ਼ ਨਹੀਂ ਕਰਾਂਗੀ। ਅਗਰ ਅੱਜ ਮਾਲਕ ਨੇ ਮੈਨੂੰ ਦਿੱਤਾ ਹੈ ਤਾਂ ਕੱਲ ਵੀ ਮੇਰੇ ਲਈ ਮੁਹੱਈਆ ਕਰਾਏਗਾ। ਇਹਦੇ ਚ ਡਾਊਟ ਵਾਲੀ ਕੋਈ ਗੱਲ ਆਣੀ ਨਹੀਂ ਚਾਹੀਦੀ। ਤਾਂ ਇਸ ਕਰਕੇ ਜਿਹੜੀ ਅਸੀਂ ਕਲੇਮ ਕਰਾਂਗੇ, ਮੰਨ ਲਓ ਪੈਸੇ ਦਾ ਜਾਂ ਕਿਸੇ ਵੀ ਹੋਰ ਚੀਜ਼ ਦਾ, ਅਗਰ ਮੈਂ ਕਲੇਮ ਕਰ ਰਹੀ ਹਾਂ ਕਿਸੇ ਚੀਜ਼ ਨੂੰ, ਤਾਂ ਮੈਂ ਇਸ ਹੋਸ਼ ਦੇ ਵਿੱਚ ਕਲੇਮ ਕਰਾਂ ਕਿ ਜਿਸ ਨੂੰ ਮੇਰਾ ਜਾਗਰਤ ਮਨ ਜੋ ਹੈ ਉਹ ਅਪਰੂਵ ਕਰ ਲੈ, ਮੰਨ ਜਾਏ ਉਸ ਚੀਜ਼ ਨੂੰ ਕਿ ਯੈਸ ਇਹ ਪੋਸੀਬਲ ਹੈ, ਇਹ ਹੋ ਸਕਦਾ। ਅਗਰ ਮੰਨ ਲਓ ਭਿਖਾਰੀ ਹੋਈ ਹੈ, ਅਗਰ ਉਹ ਇਹ ਕਹਿੰਦਾ ਕਿ ਬਾਬਾ ਜੀ ਮੇਰਾ ਅੱਜ ਦਾ ਦਿਨ ਜੋ ਹੈ ਪੂਰਾ ਅੱਛੇ ਤਰੀਕੇ ਨਾਲ ਮੈਨੂੰ ਇਤਨਾ ਅੱਜ ਦਾ ਦਿਨ ਦੇ ਦੇ ਕਿ ਮੈਂ ਹਰ ਅੱਜ ਦਾ ਦਿਨ ਵੀ ਕਿਉਂ ਕਿ ਮੈਂ ਹਰ ਰੋਜ਼ ਮੇਰਾ ਜਿਹੜਾ ਖਾਣਾ ਪੀਣਾ ਮੈਂ ਅੱਛੇ ਤਰੀਕੇ ਨਾਲ, ਬਹੁਤ ਸੋਹਣੇ ਤਰੀਕੇ ਨਾਲ ਮੇਰੀ ਰੋਟੀ ਰੋਜ਼ੀ ਨਿਕਲੇ, ਅੱਛੇ ਤਰੀਕੇ ਨਾਲ ਮੇਰਾ ਮੈਂ ਖਾਵਾਂ, ਮੇਰਾ ਪਰਿਵਾਰ ਪੂਰੇ ਤਰੀਕੇ ਨਾਲ ਖਾਏ ਔਰ ਅਸੀਂ ਚੈਨ ਦੀ ਨੀਂਦ ਸੋ ਜਾਈਏ। ਕਿਉਂਕਿ ਭਰਪੂਰਤਾ ਤਾਂ ਇਹੀ ਹੈ ਨਾ ਉਹਦੇ ਵਾਸਤੇ ਕਿ ਉਹਨੂੰ ਪੇਟ ਭਰ ਕੇ ਭੋਜਨ ਮਿਲ ਜਾਏ। ਅੱਜ ਉਹਦੇ ਇਸ ਟਾਈਮ ਉਹਦੀ ਮਾਨਸਿਕ ਅਵਸਥਾ ਐਸੀ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਅਗਰ ਮੈਂਟਲੀ ਵੀ ਦੇਖੇਗਾ ਤਾਂ ਤਿਆਰ ਨਹੀਂ ਹੈ ਲੈਵਿਸ਼ ਜ਼ਿੰਦਗੀ ਜੀਣ ਵਾਸਤੇ, ਕਿਉਂਕਿ ਉਹਨੂੰ ਪਤਾ ਹੀ ਨਹੀਂ ਲੈਵਿਸ਼ ਜ਼ਿੰਦਗੀ ਦੇ ਬਾਰੇ, ਉਹਨੇ ਸੋਚਿਆ ਵੀ ਨਹੀਂ ਹੈ। ਤਾਂ ਆਪਣੀ ਡਿਮਾਂਡ ਇਸ ਤਰੀਕੇ ਦੀ ਲਿਖੀ ਕਿ ਉਹ ਰੀਅਲਿਸਟਿਕ ਹੋਣੀ ਚਾਹੀਦੀ ਹੈ, ਤਦ ਹੀ ਅਸੀਂ ਇਸ ਚੀਜ਼ ਨੂੰ ਕਰ ਪਾਵਾਂਗੇ। ਔਰ ਜਿਹੜੀ ਸਾਡੀ ਕੁਝ ਟਾਈਮ ਤੋਂ ਬਾਅਦ ਜਦੋਂ ਅਸੀਂ ਦੇਖਾਂਗੇ ਕਿ ਜਿਹੜੀ ਸਾਡੀ ਕੁਆਇਟ ਪੀਰੀਅਡ ਦੇ ਵਿੱਚ ਜਿਹੜੀ ਅਸੀਂ ਬਣਾਈ ਹੈ, ਅਸੀਂ ਜਿਹੜੀ ਟਰੂ ਡਿਜ਼ਾਇਰ ਸਾਡੀਆਂ ਆ ਗਈਆਂ ਨੇ, ਜਿਹੜੀ ਕਿ ਅਸੀਂ ਕੱਲ ਕਿਹਾ ਸੀਗਾ ਕਿ ਅਸੀਂ ਆਪਣੇ ਹਾਇਰ ਸੈਲਫ ਨਾਲ ਬੈਠ ਕੇ ਜਿਹੜੀਆਂ ਮੇਰੀ ਟਰੂ ਡਿਜ਼ਾਇਰ, ਉਹ ਡਿਜ਼ਾਇਰ ਜਿਹੜੀ ਮੇਰੀ ਅਕਾਲ ਪੁਰਖ ਨਾਲ ਮਿਲ ਕੇ ਬਣੀਆਂ ਨੇ, ਜਿਹੜੀਆਂ ਅਕਾਲ ਪੁਰਖ ਨੇ ਮੇਰੇ ਵਾਸਤੇ ਸੋਚੀਆਂ ਨੇ ਕਿ ਉਹ ਸਾਰੀਆਂ ਚੀਜ਼ਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ ਨੇ। ਕਿਉਂਕਿ ਅਕਾਲ ਪੁਰਖ ਚਾਹੁੰਦਾ ਕਿ ਹਰ ਬੰਦਾ ਪੇਟ ਭਰ ਕੇ ਸੋਏ, ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਪੇਟ ਖਾਲੀ ਰਹੇ, ਖਾਲੀ ਪੇਟ ਭੁੱਖੇ ਕਿਸੇ ਨੂੰ ਸੋਣਾ ਪਏ। ਇਹ ਅਕਾਲ ਪੁਰਖ ਦੀ ਡਿਮਾਂਡ ਨਹੀਂ ਹੈ, ਇਹ ਸਾਡੀ ਸੋਚ ਦੇ ਨਾਲ ਚੀਜ਼ ਕ੍ਰੀਏਟ ਹੋਈ ਹੈ। ਪਾਵਰਟੀ ਸਾਡੀ ਸੋਚ ਹੈ, ਪਰਮਾਤਮਾ ਦੀ ਸੋਚ ਨਹੀਂ ਹੈ। ਤਾਂ ਹਾਇਰ ਡਿਜ਼ਾਇਰਸ ਜਿਹੜੀਆਂ ਨੇ ਉਹਨਾਂ ਦੀ ਅਸੀਂ ਲਿਸਟ ਬਣਾਵਾਂਗੇ। ਔਰ ਇੱਕ ਅਸੀਂ ਲਿਸਟ ਪਹਿਲੇ ਹੀ ਬਣਾ ਚੁੱਕੇ ਆ। ਕਿਹੜੀ ਲਿਸਟ ਬਣਾ ਚੁੱਕੇ ਆ? ਜਿਹਦੇ ਵਿੱਚ ਅਸੀਂ ਲਿਸਟ ਬਣਾਈ ਸੀ ਸਾਡੇ ਉਹ ਥਾਟ ਪੈਟਰਨ ਜਿਨ੍ਹਾਂ ਨੂੰ ਕਰੈਕਟ ਕਰਨਾ ਹੈ, ਜਿਨ੍ਹਾਂ ਨੇ ਠੀਕ ਹੋਣਾ ਹੈ, ਹਾਲੇ ਜਿਨ੍ਹਾਂ ਦੇ ਵਿੱਚ ਕੁਝ ਕਰੈਕਸ਼ਨ ਦੀ ਜ਼ਰੂਰਤ ਹੈ। ਅਸੀਂ ਜਦੋਂ ਉਹ ਦੋਨੋਂ ਲਿਸਟ ਆਪਣੇ ਸਾਹਮਣੇ ਰੱਖਾਂਗੇ ਤੇ ਸਾਨੂੰ ਹੱਸੀ ਵੀ ਆਏਗੀ, ਸਾਨੂੰ ਪਤਾ ਚੱਲ ਜਾਏਗਾ ਕਿ ਜਿਹੜੀ ਮੇਰੀਆਂ ਟਰੂ ਡਿਜ਼ਾਇਰਸ ਨੇ ਇਹਨਾਂ ਦੇ ਨਾਲ ਇਹ ਇਸ क्षण ਐਸੀਆਂ ਕਿਹੜੀਆਂ ਚੀਜ਼ਾਂ ਨੇ ਥਾਟ ਪ੍ਰੋਸੈਸ ਦੇ ਵਿੱਚ ਕਿਹੜੇ ਕਰੈਕਸ਼ਨ ਦੀ ਜ਼ਰੂਰਤ ਹੈ, ਜਿਹਦੇ ਕਰਕੇ ਹਾਇਰ ਡਿਜ਼ਾਇਰ ਮੇਰੇ ਫੁੱਲਫਿਲ ਨਹੀਂ ਹੋ ਪਾ ਰਹੀ, ਪਰਮਾਤਮਾ ਦੀ ਮਰਜ਼ੀ ਪੂਰੀ ਨਹੀਂ ਹੋ ਪਾ ਰਹੀ, ਜਿਹੜੀ ਚੀਜ਼ ਉਹਨੇ ਮੇਰੇ ਲਈ ਸੋਚੀ ਸੀ ਉਹ ਪੂਰੀ ਨਹੀਂ ਹੋ ਪਾ ਰਹੀ। तो मेरे थॉट प्रोसेस च किहड़ी कमी है वो ऑटोमैटिकली मेरे सामने आनी शुरू हो जाएगी जदों असीं दोनों अपनी लिस्ट नूं चैक करांगे। और ऑफ कोर्स सानूं फिर अपने थॉट्स के बारे पता चलना शुरू हो जाएगा कि इस क्षण मैं की सोच रही हाँ, क्योंकि वर्तमान का जिहड़ा क्षण है वो बहुत इंपॉर्टेंट है। वर्तमान प्रेजेंट टेंस, इस क्षण मैं की सोच रही हाँ, इस क्षण तो ही हर चीज क्रिएट होने वाली है। अगर असी इस क्षण नूं प्रेजेंट दे विच, क्योंकि परमात्मा प्रेजेंट दे विच है, पास्ट और फ्यूचर च नहीं है, तो जिहड़ी असी लिस्ट बन रही है उहदे तो सानूं तुरंत ऑटोमैटिकली पता चल जाएगा कि इस क्षण मेरी सोच दे विच की गड़बड़ चल रही है। ये तो एक बहुत ही अच्छी कहानी मैनूं याद आ रही है। राणा साहब वाले जिहड़े लुधियाना दे ने वालियां दी एक बुक उन्होंने निकाली है आत्ममार्ग, उहदे विच इहो जी बहुत सारियां रियलिस्टिक स्टोरीज साधु संत महात्मा दी आई दियां ने। और उहदे च एक बहुत अच्छी स्टोरी पढ़ी सी जिहड़ी अचानक मैनूं याद आ रही है, जिहड़ी पावर ऑफ नाउ दे उत्ते है। जा रहे थे और ऑफ कोर्स थोड़ी जी रात शाम दा टाइम होगा। अचानक एक घुड़सवार उहदे कोलों सामने लंघ के गया, जवान उच्चा लंबा। ਉਹਨੇ ਘੁੜਸਵਾਰ ਦੇਖਿਆ, ਘੋੜੇ